ਅੱਜ ਅਸੀਂ ਗਿਆਨੀ ਗੁਰਦੀਪ ਸਿੰਘ ਜੀ ਦੀ ਲਿਖੀ ਹੋਈ ਰਚਨਾ ਮੇਰੇ ਵੱਡੇ ਵਡੇਰੇ ਪੜ੍ਹਾਂਗੇ। ਗਿਆਨੀ ਗੁਰਦੀਪ ਸਿੰਘ ਦਾ ਜਨਮ ਪਿੰਡ ਪਿੱਠੇਵਾਲ, ਰਿਆਸਤ ਮਲੇਰਕੋਟਲਾ ਵਿੱਚ 1923 ਈਸਵੀ ਵਿੱਚ ਸਰਦਾਰ ਗੰਗਾ ਸਿੰਘ ਦੇ ਘਰ ਹੋਇਆ। 1945 ਵਿੱਚ ਆਪ ਨੇ ਗਿਆਨੀ ਪਾਸ ਕੀਤੀ। 1943 ਵਿੱਚ ਜੀਵਨ ਸੰਦੇਸ਼ ਮਾਸਿਕ ਪੱਤਰ ਅਤੇ 1950 ਵਿੱਚ ਪ੍ਰਕਾਸ਼ ਨਾਂ ਦਾ ਦੈਨਿਕ ਪਰਚਾ ਸ਼ੁਰੂ ਕੀਤਾ। ਆਪ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ। ਗਿਆਨੀ ਗੁਰਦੀਪ ਸਿੰਘ ਗੁਰਮਤਿ ਸਾਹਿਤ ਦੀ ਖੋਜਾਂ ਅਤੇ ਲਿਪੀ ਆਦਿ ਦੇ ਕਈ ਕਠਿਨ ਮਸਲਿਆਂ ਨੂੰ ਸੁਲਝਾਉਣ ਵਾਲੇ ਲੇਖਕ ਸਨ। ਪ੍ਰਾਚੀਨ ਵਾਰਾਂ, ਰਾਗਮਾਲਾ ਦੀ ਅਸਲੀਅਤ, ਗੁਰਬਾਣੀ ਦਾ ਇਤਿਹਾਸ, ਜੀਵਨ ਦਾ ਉਸਰੀਆ, ਭੱਟਾਂ ਦੇ ਸਵੱਈਏ ਆਦਿ ਆਪ ਦੇ ਲੇਖ ਸੰਗ੍ਰਹਿ ਹਨ। ਗੰਭੀਰ ਸ਼ੈਲੀ ਵਿੱਚ ਲਿਖਣ ਵਾਲੇ ਇਸ ਗਦ ਲੇਖਕ ਦੀ ਮੇਰਾ ਪਿੰਡ ਪੁਸਤਕ ਪੰਜਾਬੀ ਗਦ ਸਾਹਿਤ ਵਿੱਚ ਕਲਾਸਕੀ ਮਹੱਤਵ ਗ੍ਰਹਿਣ ਕਰ ਚੁੱਕੀ ਹੈ। ਇਸ ਪੁਸਤਕ ਵਿੱਚ ਮਾਲਵੇ ਦੇ ਇੱਕ ਪਿੰਡ ਨੂੰ ਕੇਂਦਰ ਬਿੰਦੂ ਬਣਾ ਕੇ ਪੰਜਾਬ ਦੇ ਸੱਭਿਆਚਾਰ ਬਾਰੇ ਵਿਸ਼ਾਲ ਚਿੱਤਰ ਪੇਸ਼ ਕੀਤਾ ਹੈ। ਪਿੰਡ ਦੇ ਲੋਕਾਂ ਦੀਆਂ ਮਨੌਤਾਂ, ਵਹਿਮਾਂ ਭਰਮਾਂ, ਮੇਲਿਆਂ, ਤਿਉਹਾਰਾਂ ਦੇ ਸੱਭਿਆਚਾਰ ਦੇ ਅਲੋਪ ਹੋ ਰਹੇ ਪੱਖਾਂ ਨੂੰ ਸੋਹਣੀ ਤਰ੍ਹਾਂ ਪੇਸ਼ ਕੀਤਾ ਹੈ। ਗਿਆਨੀ ਜੀ ਦੀ ਲਿਖਣ ਕਲਾ ਬੜੀ ਸਿੱਧੀ ਸਾਦੀ ਲੋਕ ਬੋਲਚਾਲ ਉੱਤੇ ਆਧਾਰਿਤ, ਮੁਹਾਵਰੇਦਾਰ ਅਤੇ ਲੋਕ ਅਖਾਣਾਂ ਨਾਲ ਭਰਪੂਰ ਹੈ। ਉਹਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ। ਆਪ 17 ਜਨਵਰੀ 2007 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਸੋ ਉਹਨਾਂ ਦੀ ਲਿਖੀ ਹੋਈ ਇੱਕ ਰਚਨਾ ਮੇਰੇ ਵੱਡੇ ਵਡੇਰੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ। ਮੇਰੇ ਦਾਦੇ ਪੜਦਾਦੇ ਵੱਡੇ ਵਡੇਰੇ ਕਿਸੇ ਰਾਜੇ, ਨਵਾਬ ਦੇ ਨੌਕਰ, ਰੀਸ ਜਾਂ ਬਖਤਾਵਰ ਨਹੀਂ ਸਨ। ਰੀਸ ਦਾ ਮਤਲਬ ਹੁੰਦਾ ਹੈ ਅਮੀਰ। ਨਾ ਹੀ ਉਹ ਅਧਿਆਤਮਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸੀ ਅਤੇ ਵਿਦਵਾਨ ਹੋਣਾ ਤਾਂ ਉਹਨਾਂ ਲਈ ਇੱਕਦਮ ਹੀ ਅਜਨਬੀ ਹੋਇਆ। ਅਜਨਬੀ ਮਤਲਬ ਓਪਰਾ। ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ। ਮੇਰੇ ਵੱਡੇ ਵਡੇਰੇ ਜੇ ਕਿਸੇ ਰਾਜੇ, ਨਵਾਬ ਦੇ ਮੁਲਾਜ਼ਮ ਹੁੰਦੇ ਤਾਂ ਅਸੀਂ ਵੀ ਕਿਸੇ ਦਫ਼ਤਰ ਦੇ ਕਲਰਕ ਹੋ ਕੇ 90 ਦੇ ਲੇਖੇ 'ਚ ਪਏ ਹੋਣਾ ਸੀ, ਜਾਂ ਕਿਤੇ ਫੌਜੀ ਅਫਸਰੀ ਛਾਣਦੇ ਹੁੰਦੇ। ਜੇ ਉਹ ਵਿਸਵੇਦਾਰ ਅਤੇ ਜ਼ਗੀਰਦਾਰ ਹੁੰਦੇ ਤਾਂ ਅਸੀਂ ਗਿਆਨੀ ਹੋਣ ਦੀ ਥਾਂ ਸ਼ਿਕਾਰੀ ਹੁੰਦੇ। ਕੁੱਤਿਆਂ ਅਤੇ ਬੰਦੂਕਾਂ ਦੇ ਦਲਾਂ ਨਾਲ ਦਲ ਭੰਜਣੀ, ਸ਼ਸਤਰ ਅਤੇ ਸ਼ਮਿਆਨ ਲੈ ਕੇ ਰੋਈਆਂ ਕਸ਼ਦੇ ਫਿਰਦੇ। ਜੇ ਉਹ ਅਧਿਆਤਮਕ ਭਾਵਾਂ ਵਾਲੇ ਪੂਜਨੀਕ ਹੁੰਦੇ ਤਾਂ ਅਸੀਂ ਕਿਸੇ ਡੇਰੇ ਦੀ ਮਹੰਤੀ ਸੰਭਾਲੀ ਹੁੰਦੀ, ਜਿਨ੍ਹਾਂ ਦੀ ਮਹੰਤਾਂ ਦਾ ਕੰਮ ਅੱਜ ਕੱਲ੍ਹ ਕਥਾ ਕੀਰਤਨ ਦੀ ਥਾਂ ਸਵੇਰੇ ਆਪਣੇ ਹਾਲੀਆਂ ਪਾਲੀਆਂ ਨੂੰ ਧੰਦੇ ਲਗਾਉਣਾ, ਟਿਊਬਵੈੱਲਾਂ ਅਤੇ ਟਰੈਕਟਰਾਂ ਚਲਾਉਣਾ ਰਹਿ ਗਿਆ ਹੈ। ਸਾਡੇ ਵੱਡੇ ਵਡੇਰੇ ਜੋ ਵੀ ਸਨ ਠੀਕ ਹੀ ਸਨ। ਆਪਣੇ ਵੱਡੇ ਵਡੇਰਿਆਂ ਦਾ ਵਰਣਨ ਮੈਂ ਪਿਦਰਮ ਸੁਲਤਾਨ ਬੁੱਧ ਜਾਂ ਰੋਬ ਜਮਾਉਣ ਲਈ ਨਹੀਂ, ਇਸ ਲਈ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਪਿੰਡ ਦੇ ਆਪਣੇ ਵੇਲੇ ਦੇ, ਜਾਂ ਇਉਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪੁਰਖੇ ਸਨ। ਰੋਬ ਦਾ ਮਤਲਬ ਹੁੰਦਾ ਜੀ ਪ੍ਰਭਾਵ, ਪੁਰਖੇ ਦਾ ਮਤਲਬ ਹੁੰਦਾ ਵੱਡੇ ਵਡੇਰੇ। ਮੈਂ ਆਪਣੇ ਦਾਦੇ ਬਾਬੇ ਅੱਖੀਂ ਨਹੀਂ ਵੇਖੇ, ਉਹਨਾਂ ਦੀਆਂ ਕਹਾਣੀਆਂ ਹੀ ਕੰਨੀ ਸੁਣੀਆਂ ਨੇ, ਅਤੇ ਉਹ ਕਥਾਵਾਂ ਹੁਣ ਵੀ ਮੇਰੇ ਪਿੰਡ ਦੇ ਕਿਸੇ ਵੀ ਪੁਰਾਣੇ ਆਦਮੀ ਤੋਂ ਸੁਣੀਆਂ ਜਾ ਸਕਦੀਆਂ ਹਨ। ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ, ਮੇਰੀਆਂ ਪਾਈਆਂ ਦੀਆਂ ਹੱਡੀਆਂ ਅਤੇ ਗਹਿਰੇ ਕਾਰੰਗੇ ਵਾਲਾ ਜੁੱਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਿਆ ਕਰਦੇ ਸਨ। ਜੁੱਸਾ ਦਾ ਮਤਲਬ ਹੁੰਦਾ ਹੈ ਸਰੀਰ, ਇਕਹਿਰੇ ਦਾ ਮਤਲਬ ਹੁੰਦਾ ਹੈ ਪਤਲਾ। ਮੇਰੀਆਂ ਪਾਈਆਂ ਦੀਆਂ ਹੱਡੀਆਂ ਅਤੇ ਇਕਹਿਰੇ ਕਾਰੰਗੇ ਵਾਲਾ ਜੁੱਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਿਆ ਕਰਦੇ ਸਨ। ਵੇਖਾਂ ਕਾਗਜ਼ੀ ਭਲਵਾਨ ਕਿਵੇਂ ਕੁੱਲ ਨੂੰ ਲੀਕ ਲਾਉਣ ਵਾਲਾ ਇਹ ਬਾਬਿਆਂ ਦੇ ਘਰ ਨਕਵਾਇਆ ਪੁੱਤ ਜੰਮ ਪਿਆ ਏ। ਨਕਵਾਇਆ ਮਤਲਬ ਕਮਜ਼ੋਰ। ਜੇ ਅੱਜ ਇਸੇ ਦਾਦੇ ਬਾਬੇ ਆ ਕੇ ਵੇਖਣ ਬਈ ਸਾਡੀ ਔਲਾਦ ਵਿੱਚ ਇਹ ਵੀ ਇੱਕ ਚੰਦ ਚਿਰਾਗ ਹੈ
ਤਾਂ ਦੁਹੱਥੜੀ ਪਏ ਪਿੱਟਣ। ਕਿੱਥੇ ਉਹ ਦੋਵਾਂ ਜਿਹੜੇ ਵੱਡੇ ਕੱਦ ਕਾਠ ਵਾਲੇ ਬੰਦੇ, ਕਿਤੇ ਬਲੂੰਗੜਾ ਪਹਿਲਵਾਨ। ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਲੋਕ ਅਤੇ ਗਾਲੜੀ ਚਟਕਾਰੀ ਲਾਲਾ ਸੁਣਾਇਆ ਕਰਦੇ ਸਨ। ਚਟਕਾਰੀ ਯਾਨੀ ਮਜ਼ੇ ਲੈ ਲੈ ਕੇ ਸੁਣਾਉਂਦੇ ਹੁੰਦੇ ਸੀ। ਮੇਰੇ ਦਾਦੇ 4 ਭਰਾ ਸਨ, ਦਾਸ, ਪੁੰਨੂ, ਰਾਮਲੀਤਾ ਅਤੇ ਸਾਹਿਬ ਸਿੰਘ। ਚਾਰੇ ਭਰਾ ਕੱਦ ਵੱਲੋਂ ਇੰਨੇ ਨਰੋਏ ਅਤੇ ਵੱਡੇ, ਰੱਜ ਕੇ ਖਾਣ ਅਤੇ ਦੱਬ ਕੇ ਵਾਹੁਣ ਵਾਲੇ, ਇਹੋ ਜਿਹੇ ਕਿ ਆਸ-ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਲੋਕ ਆਖਦੇ ਹੁੰਦੇ ਸਨ ਕਿ ਜਿਸ ਖੇਤ ਦੇ ਵਿੱਚੋਂ ਦੀ ਇਹ ਚਾਰੇ ਬਾਬੇ ਲੰਘ ਜਾਣ, ਉਸ ਖੇਤ ਵਿੱਚ ਡੰਡੀ ਆਪ ਹੀ ਪੈ ਜਾਂਦੀ ਹੈ। ਡੰਡੀ ਦਾ ਮਤਲਬ ਹੁੰਦਾ ਕੱਚਾ ਅਤੇ ਛੋਟਾ ਰਸਤਾ, ਮਤਲਬ ਇਸ ਚਾਹੁੰਦੇ ਸੀਗੇ ਕਿ ਜਿੱਥੋਂ ਨਿਕਲਦੇ ਸੀ ਕੱਚਾ ਰਸਤਾ ਆਪ ਹੀ ਬਣ ਜਾਂਦਾ ਸੀ। ਸਾਡੇ ਵੱਡਿਆਂ ਦਾ ਨੇੜੇ ਦੇ ਪਿੰਡ ਛਾਪੇ ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤ ਵਰਤਾਰਾ ਸੀ। ਉਹਨਾਂ ਨੇ ਇੱਕ ਵਿਆਹ ਸਮੇਂ ਮੇਰੇ ਦਾਦਿਆਂ ਨੂੰ ਰੋਟੀ ਉੱਤੇ ਸੱਦਿਆ। ਉਹ ਉਸ ਦਿਨ ਰੋਹੀ ਵਿੱਚ ਹਲ ਵਾਹੁੰਦੇ ਸੀ। ਉੱਥੋਂ ਹੀ ਬਲਦ ਪਿੰਡ ਨੂੰ ਤੋਰ ਕੇ ਸਿੱਧੇ ਦੁਪਹਿਰੇ ਰੋਟੀ ਵੇਲੇ ਨੂੰ ਪਿੰਡ ਛਾਪੇ ਜਾ ਪੁੱਜੇ। ਅੱਗੋਂ ਵਿਆਹ ਵਾਲਿਆਂ ਨੇ ਮੇਲ ਗੇਲ ਲਈ ਇੱਕ ਕੜਾਹਾ ਗੁੜ ਦੇ ਪ੍ਰਸ਼ਾਦਾ ਕੱਢਿਆ ਹੋਇਆ ਸੀ। ਅਗਲਿਆਂ ਨੇ ਕਿਹਾ ਪਹਿਲਾਂ ਸ਼ਰੀਕੇ ਨੂੰ ਖਵਾ ਲਈਏ। ਸਾਡੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ। ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲੱਗੇ, ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ ਛੱਡਿਆ। ਉਹਨਾਂ ਦੀ ਵਰਤਾਵਿਆਂ ਨੇ ਬਥੇਰਾ ਇੱਧਰ ਉੱਧਰ ਦੇਖਿਆ ਬਈ ਕਿਧਰੇ ਇਹ ਕੜਾਹ ਪ੍ਰਸ਼ਾਦ ਕਿਸੇ ਚੀਜ਼ ਵਿੱਚ ਸੁੱਟੀ ਤਾਂ ਨਹੀਂ ਜਾ ਰਹੀ, ਪਰ ਉਹਨਾਂ ਦੇ ਕੱਦ ਕਾਠ ਅਤੇ ਖੁਰਾਕ ਹੀ ਇੰਨੀ ਸੀ ਕਿ ਜੇ ਇੱਕ ਕੜਾਹ ਹੋਰ ਬਣਿਆ ਹੁੰਦਾ, ਅੱਧ ਬੱਚਾ ਦੇ ਵਿੱਚ ਉਸ ਵਿੱਚੋਂ ਕੋੜਾ ਨਾ ਚੜ ਜਾਂਦੇ। ਸਾਡੇ ਉਹਨਾਂ ਸੰਬੰਧੀਆਂ ਨੇ ਇਹਨਾਂ ਮਹਾਨ ਪੁਰਖਾਂ ਦੀ ਇਹ ਕਰਨੀ ਕਮਾਈ ਦਾ ਧਿਆਨ ਪਰ ਧਰ ਕੇ ਫੈਸਲਾ ਕਰ ਲਿਆ ਕਿ ਅੱਗੇ ਨੂੰ ਇਹਨਾਂ ਦੇ ਨਾ ਕਦੇ ਵਿਆਹ ਸ਼ਾਦੀ 'ਤੇ ਜਾਣਾ ਹੈ ਅਤੇ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ। ਜਦੋਂ ਮੇਰੇ ਜਿਹੇ ਚਟਾਕੀਆਂ ਖਾਣ ਵਾਲੇ ਕੁਲ ਵਿੱਚ ਚੰਨ ਚਿਰਾਗ ਪ੍ਰਗਟ ਹੋਏ, ਫਿਰ ਜਾ ਕੇ ਪੀੜ੍ਹੀਆਂ ਦੀ ਤੀ ਗੰਢੀ ਗਈ। ਉਹ ਤੀ ਗੰਢੀ ਗਈ ਮਤਲਬ ਸੰਬੰਧ ਦੁਬਾਰਾ ਜੁੜ ਗਏ। ਇਸ ਤਰ੍ਹਾਂ ਦਾ ਇੱਕ ਜੰਗਲ ਵੱਲ ਦਾ ਭੁਸਰਿਆ ਹੋਇਆ ਪਹਿਲਵਾਨ, ਭੁਸਰਿਆ ਮਤਲਬ ਪੁੱਤਰਿਆ ਹੋਇਆ, ਆਪਣੀ ਬੀਜੇ ਪਾ ਤਾਕਾ ਮਤਲਬ ਜਿੱਤ ਦਾ ਝੰਡਾ ਲਹਿਰਾਂਦਾ ਸਾਡੇ ਪਿੰਡ ਵੀ ਆ ਗੱਜਿਆ। ਪਿੰਡ ਦਾ ਚੌਧਰੀ ਚੜ੍ਹਤ ਸਿੰਘ ਉਸ ਦੇ ਸਵਾਗਤ ਲਈ ਗਿਆ। ਇੱਕ ਸਥਾਤ ਯਾਨੀ ਬੈਠਕ ਵਿੱਚ ਉਤਾਰਾ ਕਰਾਇਆ ਗਿਆ। ਸਾਡਾ ਛੋਟਾ ਜਿਹਾ ਪਿੰਡ ਦੇਖ ਕੇ ਪਹਿਲਵਾਨ ਹੋਰ ਹੰਕਾਰ ਗਿਆ। ਉਹ ਬਿੰਦੇ ਝੱਟੇ ਆਖੇ, ਇੱਥੇ ਦਾ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਹੀ ਨਹੀਂ। ਤੁਸੀਂ ਪੱਕੀ ਰਸ ਹਵਾਲੇ ਕਰੋ, ਅਸੀਂ ਅਗਲੇ ਪਿੰਡ ਜਾਈਏ। ਰਸ ਮਤਲਬ ਖਾਣ ਪੀਣ ਦਾ ਸਮਾਨ। ਪਿੰਡ ਦਾ ਚੌਧਰੀ ਸਿਆਣਾ ਸੀ। ਉਸਨੇ ਕਿਹਾ, ਰਸਤਾ ਨੂੰ ਕਿਹੜਾ ਜੀ, ਅਸੀਂ ਕੋਈ ਨਾ ਨੁੱਕਰ ਕਰਨੀ ਹੈ। ਅਸੀਂ ਕਿਸੇ ਚੀਜ਼ ਤੋਂ ਨਾਕਰ ਨਹੀਂ, ਮਤਲਬ ਇਨਕਾਰੀ ਨਹੀਂ। ਚੰਗੇ ਭਾਗਾਂ ਨੂੰ ਪਿੰਡ ਵਿੱਚ ਮਸਾਂ ਭਲਵਾਨ ਦੇ ਚਰਨ ਪਏ ਨੇ। ਇੱਕ ਰਾਤ ਤਾਂ ਕੱਟੋ, ਹੁਣ ਖਾਣ ਪੀਣ ਜੋਗੀ ਰਸ ਵਸਤ ਭੇਜ ਦਿੰਦੇ ਹਾਂ। ਦਿਨ ਚੜ੍ਹਦੀ ਨੂੰ ਸਾਰੀ ਗੱਲ ਨਜਿੱਠ ਲਵਾਂਗੇ। ਨਜਿੱਠ ਮਤਲਬ ਹੱਲ ਕਰ ਲਵਾਂਗੇ। ਖਾਣ ਪੀਣ ਦੇ ਪੱਖ ਨਾਲੋਂ ਵੱਧ ਪ੍ਰਸਿੱਧੀ ਉਹਨਾਂ ਦੀ ਜ਼ੋਰਾਵਰੀ ਵਧੇਰੇ ਮਸ਼ਹੂਰ ਸੀ। ਲੋਕ ਗੱਲਾਂ ਸੁਣਾਉਂਦੇ ਹਨ, ਪੁਰਾਣੇ ਸਮੇਂ 'ਚ ਪਹਿਲਵਾਨ ਢੋਲ ਵਾਲੇ ਨੂੰ ਨਾਲ ਲੈ ਕੇ ਦਿਗਵਜੇ ਦਾ ਝੰਡਾ ਫੜ ਕੇ ਚੜ੍ਹਦੇ ਹੁੰਦੇ ਸੀ। ਜ਼ੋਰਾਵਰੀ ਦਾ ਮਤਲਬ ਹੁੰਦਾ ਤਾਕਤ। ਇੱਕ ਪਿੰਡ ਵਿੱਚ ਫਤਿਹ ਕਰਨਾ, ਦੂਜੇ ਪਿੰਡ ਉੱਤੇ ਚੜ੍ਹਾਈ ਕਰ ਦੇਣੀ। ਨਾਲ ਮੁੰਡੀਹਰ ਅਤੇ ਉਹਨਾਂ ਦੇ ਕਈ ਪੱਠੇ ਚਾਂਬਲੇ ਹੁੰਦੇ। ਜਿਸ ਪਿੰਡ ਪੁੱਜਦੇ, ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਅਤੇ ਉਹ ਸਵਾਗਤ ਪਿੱਛੋਂ ਸਭਾ ਵਿੱਚ ਝੰਡਾ ਗੱਡ ਦਿੰਦੇ ਬਈ ਜੇ ਕੋਈ ਬੰਦਾ ਇੱਥੇ ਹੋਰ ਜ਼ੋਰ ਵਾਲਾ ਹੈ ਤਾਂ ਸਾਡੇ ਨਾਲ ਘੁਲ ਲਵੇ। ਉਸ ਪੁਰਾਣੇ ਜ਼ਮਾਨੇ 'ਚ ਪਹਿਲਵਾਨਾਂ ਨੂੰ ਪਿੰਡਾਂ ਦੇ ਲੋਕ ਘਿਓ ਇਕੱਠਾ ਕਰਕੇ ਦਿੰਦੇ ਹੁੰਦੇ ਸਨ। ਗੁੜ ਅਤੇ ਕੱਪੜਿਆਂ ਦੇ ਥਾਲਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸੀ। ਨਕਦੀ ਵੀ ਪੀਰਾਂ ਫਕੀਰਾਂ ਵਾਂਗ ਚੜ੍ਹਾਈ ਜਾਂਦੀ ਸੀ। ਨਕਦੀ ਮਤਲਬ ਰੁਪਏ ਪੈਸੇ। ਇਹ ਪਹਿਲਵਾਨ ਪਿੰਡਾਂ ਤੋਂ ਕਾਫੀ ਸਮੱਗਰੀ, ਘਿਓ ਅਤੇ ਕਈ ਤਰ੍ਹਾਂ ਦੇ ਬਦਾਮ ਆਦਿ ਮੇਵੇ ਅਤੇ ਹੋਰ ਗੁੜ ਖੰਡ ਪੂਰੇ ਗੱਡੀ ਦਾ ਲੱਦ ਇਕੱਠਾ ਕਰੀ ਨਾਲ ਚੁੱਕੀ ਫਿਰਦਾ ਸੀ। ਉੱਪਰੋਂ ਬਿਆਸੀ ਦਾ ਕਾਲ ਪਿਆ ਹੋਇਆ ਸੀ।
ਮੀਂਹ ਪੈਣ ਕਰਕੇ ਕਹਿਰ ਪੈਣ ਨਾਲ ਇੱਧਰ ਖਾਣ ਨੂੰ ਦਲੀਆ ਨਾ ਜੁੜੇ। ਪਹਿਲਵਾਨ ਆ ਕੇ ਪੱਕੀ ਰਸਤੇ ਦੀ ਨਵੀਂ ਚੱਟੀ ਲਗਾ ਦਿੱਤੀ। ਟੀ ਮਤਲਬ ਜੁਰਮਾਨਾ। ਪੱਕੀ ਵਸਤ ਘੱਟੋ ਘੱਟ ਧੜੀ ਘਿਓ, ਇੰਨੀ ਹੀ ਖੰਡ, ਬਦਾਮ ਤੇ ਹੋਰ ਸਿੱਧਾ ਵਾਧਾ ਹੁੰਦਾ ਸੀ। ਰਸਤਾ ਦੇਣੀ ਇੰਨੀ ਔਖੀ ਸ਼ਾਇਦ ਕਾਲ ਵੇਲੇ ਵੀ ਨਾ ਮੰਨੀ ਜਾਂਦੀ, ਪਰ ਪਿੰਡ ਦੀ ਹਲਤਣ ਝੱਲਣੀ ਬਹੁਤ ਔਖੀ ਸੀ। ਹਲਤਣ ਦਾ ਮਤਲਬ ਹੁੰਦਾ ਬਦਨਾਮੀ। ਪਹਿਲਵਾਨਾਂ ਦੇ ਜਥੇ ਨੂੰ ਰਾਤ ਨੂੰ ਰਸਦ ਦੇ ਕੇ ਚੜ੍ਹਤ ਸਿੰਘ ਚੌਧਰੀ ਬਾਬੇ ਪੁੰਨੂ ਕੋਲ ਆਇਆ। ਪਿੰਡ ਦੇ ਚੌਧਰੀ ਨੂੰ ਘਰੇ ਆਇਆ ਦੇਖ ਕੇ ਬੈਠਣ ਦੀ ਪੀੜੀ ਦਿੱਤੀ ਤੇ ਪੁੱਛਿਆ, ਚੌਧਰੀ ਅੱਜ ਕੁਵੇਲੇ ਕਿਵੇਂ ਆਉਣਾ ਹੋਇਆ? ਚੌਧਰੀ ਨੇ ਸਾਰੀ ਗੱਲ ਸੁਣਾਈ ਤੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਕਿਹਾ, ਬਾਬਾ ਤੂੰ ਹੀ ਲਾਸ਼ ਰੱਖ ਸਕਦਾ ਹੈ, ਬਸ ਮੈਨੂੰ ਇੱਕ ਵਾਰੀ ਹਾਂ ਕਰ ਦੇ। ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ, ਬਈ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ, ਇਸ ਲਈ ਉਸਨੇ ਹਾਂ ਦੀ ਮੰਗ ਹੀ ਕੀਤੀ। ਅਖੇ ਸੋਚ ਕੇ ਪੁੰਨੂ ਬੁੜੀ ਨੇ ਕਿਹਾ, ਚੌਧਰੀ ਦਾ ਕਹਿਣਾ ਮੋੜਨਾ ਵੀ ਔਖਾ ਹੈ। ਹੰਮਾ ਧਰ ਕੇ ਆਇਆ ਹੈ। ਹੰਮਾ ਧਰ ਕੇ ਮਤਲਬ ਬੜੇ ਮਾਣ ਨਾਲ, ਪਰ ਉੱਤੋਂ ਲਵੇਰੀਆਂ ਦੇ ਦੁੱਧ ਦਾ ਇੱਕ ਪਾਸੇ ਰੁੱਖ ਵੀ ਸੁੱਕ ਗਏ ਨੇ। ਲਵੇਰੀਆਂ ਦਾ ਮਤਲਬ ਹੁੰਦਾ ਦੁੱਧ ਦੇਣ ਵਾਲੇ ਪਸ਼ੂ, ਪਰ ਉੱਤੋਂ ਲਵੇਰੀਆਂ ਦੇ ਦੁੱਧ ਤਾਂ ਇੱਕ ਪਾਸੇ ਰੁੱਖ ਵੀ ਸੁੱਕ ਗਏ ਨੇ। ਖਾਣ ਪੀਣ ਨੂੰ ਚੱਜ ਹਾਲ ਦੀ ਰੋਟੀ ਵੀ ਨਹੀਂ ਜੁੜਦੀ। ਦੇਖੀ ਚੌਧਰੀ ਕਿਤੇ ਸੁੱਕੇ ਹੱਡੀ ਮਰਵਾ ਦੇਵੇ। ਬਾਬੇ ਨੇ ਨੀਮ ਰਜ਼ਾਮੰਦੀ ਪ੍ਰਗਟ ਕਰਦਿਆਂ ਨਿਹੋਰੇ ਨਾਲ ਕਿਹਾ। ਨੀਮ ਦਾ ਮਤਲਬ ਥੋੜ੍ਹੀ ਜਿਹੀ ਉਹਨੇ ਅੱਗੋਂ ਦੀ ਹਾਂ ਕਰ ਦਿੱਤੀ।